ਜਿनको ਸਤਿਗੁਰ ਥਾਪਿਆ ਤਿਨ ਮੇਟ ਨਾ ਸਾਕੈ ਕੋਏ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਖਾਲਸੇ ਦੀ ਹਰ ਪਾਸੇ ਜਿਹੜੀ ਹੈ ਉਹ ਚੜ੍ਹਦੀ ਕਲਾ ਹੋਣੀ ਹੈ। ਭਾਵੇਂ ਉਹ ਕੈਨੇਡਾ ਹੈ, ਭਾਵੇਂ ਅਮਰੀਕਾ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਵੀ ਲੰਬਾ ਸਮਾਂ ਰਿਹਾ ਹਾਂਗਾ। ਇੱਥੇ ਜਿਹੜੇ ਲੋਕ ਹੈ, ਇੱਥੇ ਦਾ ਜਿਹੜਾ ਸਿਸਟਮ ਹੈ ਉਹ ਇਨਸਾਫ ਪਸੰਦ ਹੈ। ਸਰਕਾਰੀ ਤੰਤਰ ਦੁਆਰਾ ਜਿਹੜਾ ਹੈ ਉਹ ਕਿਸੇ ਦੇ ਨਾਲ ਕਦੇ ਕੋਈ ਧੱਕਾ ਨਹੀਂ ਹੁੰਦਾ। ਹਰ ਧਰਮ ਦਾ ਜਿਹੜਾ ਹੈ ਬੜੀ ਰਿਸਪੈਕਟ ਕਰਦੇ ਆ, ਬੜਾ ਸਤਿਕਾਰ ਕਰਦੇ ਆ। ਇਹੀ ਕਾਰਨ ਹੈ ਇਹਨਾਂ ਨੇ ਜਿਹੜਾ ਹੈ ਉਹ ਸਾਨੂੰ ਵੀ ਇੱਜ਼ਤ ਮਾਣ ਸਤਿਕਾਰ ਦਿੱਤਾ। ਅਸੀਂ ਬੜੀ ਵਾਰੀ ਦੇਖਿਆ ਕਿ ਨੌਜਵਾਨ ਇੱਥੋਂ ਪੂਰੇ ਸਿੱਖੀ ਸਰੂਪ 'ਚ ਹੁੰਦੇ ਨੇ, ਪਰ ਵਿਦੇਸ਼ 'ਚ ਆ ਕੇ ਉਹ ਆਪਣੇ ਕੇਸ ਜਿਹੜੇ ਉਹ ਕਤਲ ਕਰਵਾ ਲੈਂਦੇ ਨੇ। ਸਿੱਖੀ ਸਰੂਪ ਦੇ ਵਿੱਚ ਰਹਿ ਕੇ ਸਗੋਂ ਜਿਹੜਾ ਹੈ ਉਹ ਸਾਡੀ ਪਛਾਣ ਵੀ ਬਣਦੀ ਹੈ ਤੇ ਇਹਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਵੀ ਹੁੰਦਾ ਕਿ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਵੀ ਅਸੀਂ ਬੁਲੰਦੀਆਂ ਹਾਸਲ ਕਰ ਸਕਦੇ ਹਾਂ। ਇੱਥੇ ਕੇਸਾਂ ਦੇ ਨਾਲ ਕੋਈ ਦਿੱਕਤ ਨਹੀਂ ਹੈਗੀ। ਹਾਂ, ਕੇਸਾਂ ਦੇ ਨਾਲ ਤੁਹਾਨੂੰ ਸਤਿਕਾਰ ਮਿਲਦਾ। ਉਹ ਸਾਡੇ ਬਾਰੇ ਪੁੱਛਦੇ ਆ ਵੀ ਤੁਸੀਂ ਕੌਣ ਹੈ, ਤੇ ਕੇਸਾਂ ਬਾਰੇ ਪੁੱਛਦੇ ਆ। ਤੁਸੀਂ ਆਮ ਕਰਕੇ ਕਿਸੇ ਪਾਰਕ ਦੇ ਵਿੱਚ ਚਲੇ ਜਾਓ ਜਾਂ ਕਿਤੇ ਉਧਰ ਚਲੇ ਜਾਓ, ਲੋਕ ਜਿਹੜੇ ਆ ਇੱਥੋਂ ਦੇ ਗੋਰੇ ਆ ਜਾਂ ਕਾਲੇ ਆ, ਉਹ ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਆ, ਤੁਹਾਡੇ ਨਾਲ ਸੈਲਫੀਆਂ ਲੈਂਦੇ ਆ। ਜਦੋਂ 9/11 ਵਾਲਾ ਅਟੈਕ ਹੋਇਆ, ਉਸ ਅਟੈਕ ਨੇ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਦੇ ਹਿਰਦੇ ਜਿਹੜੇ ਉਹ ਬਲੁੰਦਰ ਗਏ ਸੀ। ਸਾਡੀ ਪਛਾਣ ਦੇ ਵਿੱਚ ਇਸ ਕਰਕੇ ਉਹਨਾਂ ਨੇ ਭੁਲੇਖਾ ਖਾਧਾ, ਕਿਉਂਕਿ ਉਸ ਵੇਲੇ ਸਾਨੂੰ ਤਾਲਿਬਾਨ ਦੇ ਨਾਲ ਜਿਹੜਾ ਹੈ ਉਹ ਜੋੜ ਕੇ ਦੇਖਿਆ ਜਾਂਦਾ ਸੀ। ਸਾਨੂੰ ਸਿੱਖੀ ਸਰੂਪ ਦੇ ਵਿੱਚ ਕਾਇਮ ਰਹਿੰਦਿਆਂ ਹੋਣਾ, ਜੇ ਕੋਈ ਚੁਣੌਤੀ ਆਈ ਆ ਉਹਦੇ ਨਾਲ ਲੜਨਾ ਚਾਹੀਦਾ, ਨਾ ਕਿ ਉਹ ਤੋਂ ਭੱਜਣਾ ਚਾਹੀਦਾ। ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ ਹੈ, ਸਿੱਖੀ ਨੂੰ ਵਿਚਾਰਿਆ ਹੈ, ਉਹ ਫਿਰ ਸਿੱਖੀ ਦੇ ਲਈ ਜਿਹੜਾ ਹੈ ਆਪਣੀ ਜਾਨ ਤੱਕ ਨਿਸ਼ਾਵਰ ਕਰ ਦੇਣਗੇ। ਨੇ ਪਾਵਨ ਬਾਣੀ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਣੈ ਤਾਂ ਆਵੈ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅਮਰੀਕਾ 'ਚ ਇੱਕ ਇਤਿਹਾਸ ਰਚਿਆ ਗਿਆ। ਅਮਰੀਕਾ 'ਚ ਕਾਂਗਰਸ ਹਾਊਸ ਸੈਸ਼ਨ ਦੀ ਕਾਰਵਾਈ ਤੋਂ ਪਹਿਲਾਂ ਅਰਦਾਸ ਕੀਤੀ ਗਈ। ਅਰਦਾਸ ਦੀ ਸਿੱਖ ਕੌਮ 'ਚ ਬੜੀ ਮਹਾਨਤਾ ਹੈ। ਸਿੱਖ ਕੋਈ ਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹੈ, ਤੇ ਜਿਵੇਂ ਹੀ ਅਮਰੀਕਾ ਦੀ ਸਦਨ ਦੀਆਂ ਅਰਦਾਸ ਵਾਲੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਤਾਂ ਉਹਨਾਂ ਵੀਡੀਓਜ਼ ਨੂੰ ਵੇਖ ਕੇ ਹਰ ਇੱਕ ਬੰਦੇ ਨੂੰ ਚਾਅ ਚੜਿਆ, ਹਰ ਇੱਕ ਬੰਦੇ ਦੀ ਰੂਹ ਖੁਸ਼ ਹੋਈ। ਤੇ ਜਿਨ੍ਹਾਂ ਵੱਲੋਂ ਅਰਦਾਸ ਕੀਤੀ ਗਈ, ਜਸਵਿੰਦਰ ਸਿੰਘ ਅੱਜ ਉਹ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਜਸਵਿੰਦਰ ਸਿੰਘ ਦੇ ਨਾਲ, ਕਿਉਂਕਿ ਉਹ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਚੱਬਰੇਵਾਲ ਤੋਂ ਉੱਠ ਕੇ ਅਮਰੀਕਾ ਪਹੁੰਚੇ। ਸਿਰਫ ਅਮਰੀਕਾ ਹੀ ਨਹੀਂ, ਬਲਕਿ ਹੁਣ ਉਹਨਾਂ ਦੇ ਵੱਲੋਂ ਅਮਰੀਕਾ ਦੀ ਸਦਨ ਦੇ ਵਿੱਚ ਅਰਦਾਸ ਵੀ ਕੀਤੀ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿੱਘਾ ਸਵਾਗਤ ਹੈ ਜਸਵਿੰਦਰ ਸਿੰਘ ਜੀ ਤੁਹਾਡਾ ਦਾ ਅਨਮਿਊਟ ਤੇ। ਅੱਜ ਪੂਰੀ ਸਿੱਖ ਕੌਮ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਤੁਹਾਡੇ ਵੱਲੋਂ ਅਮਰੀਕਾ ਦੀ ਸਦਨ ਦੇ ਵਿੱਚ ਅਰਦਾਸ ਕੀਤੀ ਗਈ ਹੈ। ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ, ਜੋ ਵੀ ਵਰਤਾਰਾ ਵਾਪਰਿਆ? ਇਹ ਜਿਹੜਾ ਸਾਰਾ ਵਰਤਾਰਾ ਵਾਪਰਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਹੈ, ਤੇ ਉਹਨਾਂ ਦਾ ਹੀ ਕਾਰਜ ਸੀ ਤੇ ਉਹਨਾਂ ਨੇ ਕਰਾ ਲਿਆ ਹੈ। ਤੇ ਇਹਦੇ ਨਾਲ ਜਿਹੜਾ ਹੈ ਖਾਲਸਾ ਜੀ ਦੇ ਬੋਲ ਬਾਲੇ ਦੇ ਵੱਲ ਵੱਧਦੇ ਹੋਏ ਕਦਮ ਹੈਗੇ ਇਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਈ ਹੈ ਜੀ। ਸੋ ਦੁਨੀਆ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਇਹ ਅਜਿਹਾ ਹੋਇਆ ਹੈ ਕਿ USA ਦੀ ਪਾਰਲੀਮੈਂਟ ਦੇ ਵਿੱਚ ਕਿਸੇ ਜਿਹੜਾ ਹੈ ਉਹ ਸਿੱਖ ਨੂੰ ਜਾਣ ਦਾ ਮੌਕਾ ਮਿਲਿਆ, ਤੇ ਪ੍ਰੈਜ਼ੀਡੈਂਟ ਜਿੱਥੋਂ ਜਿਹੜਾ ਸੰਬੋਧਨ ਕਰਦਾ ਹੈ ਉੱਥੇ ਖੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਜਿਹੜੀ ਹੈ ਅਰਦਾਸ ਇਹ ਕਰਨ ਦਾ ਸੁਭਾਗ ਮਿਲਿਆ ਹੈ। ਠੀਕ ਹੈ, ਸਾਨੂੰ ਪਤਾ ਲੱਗਾ ਕਿ ਤੁਸੀਂ ਸਿੱਖ ਮਿਸ਼ਨਰੀ ਕਾਲਜ ਤੋਂ ਪ੍ਰਿੰਸੀਪਲ ਸੀ ਜਿਹੜੇ ਉੱਥੋਂ ਦੇ ਸੁਰਿੰਦਰ ਸਿੰਘ, ਉਹਨਾਂ ਦੇ ਵਿਦਿਆਰਥੀ ਰਹੇ ਹੋ, ਜੋ ਕਿ ਪਿਛਲੇ ਦਿਨੀ ਪੂਰੇ ਹੋ ਗਏ। ਜੇ ਉਹ ਹੁੰਦੇ, ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਉਹਨਾਂ ਨੂੰ? ਦੇਖੋ ਜੀ, ਇਹ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਹੈ 2022 ਦਾ, ਇਹਦੇ 'ਚ ਪੰਥ ਨੂੰ ਤੇ ਖਾਸ ਕਰ ਸਾਨੂੰ ਸਟੂਡੈਂਟਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਤੇ ਮੈਨੂੰ ਤੇ ਖਾਸ ਕਰਕੇ ਜਿਹੜਾ ਇਸ ਸਾਲ ਦੇ ਵਿੱਚ 2 ਘਾਟੇ ਜਿਹੜੇ ਅਸੀਂ ਪਏ ਹੈ, ਜਿਨ੍ਹਾਂ ਦੇ ਵਿੱਚ ਇੱਕ ਤੇ ਜਿਹੜੇ ਹੈ ਸਾਡੇ ਉਸਤਾਦ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜਾ ਬਰਾਜੇ ਹੈ, ਤੇ ਨਾਲ ਉਹਨਾਂ ਦੇ ਨਾਲ ਸੱਜੀ ਬਾਂਹ ਕਹੇ ਜਾਂਦੇ ਸਾਡੇ ਜਿਹੜੇ ਸੀਗੇ
ਸਰਦਾਰ ਮਨੋਹਰ ਸਿੰਘ ਮੈਨੇਜਰ ਸਿੱਖ ਮਿਸ਼ਨਰੀ ਕਾਲਜ ਦੇ, ਉਹ ਵੀ ਵਾਹਿਗੁਰੂ ਦੇ ਚਰਨਾਂ 'ਚ ਜਾ ਵਿਰਾਜੇ ਹਨ। ਤੇ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਹੜਾ ਕਿ ਸਾਨੂੰ ਜਿਹੜਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਤੇ ਜੇ ਕਿਤੇ ਅੱਜ ਉਹ ਹੁੰਦੇ ਤੇ ਉਹ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਕਿ ਉਹਨਾਂ ਦਾ ਸਟੂਡੈਂਟ ਜਿਹੜਾ ਹੈ, ਉਹ ਦੁਨੀਆ ਦੀ ਸਭ ਤੋਂ ਤਾਕਤਵਰ ਜਿਹੜੀ ਪਾਰਲੀਮੈਂਟ ਹੈ, ਉਹਦੇ 'ਚ ਜਾ ਕੇ ਬੋਲਿਆ ਹੈ, ਉਹਦੇ 'ਚ ਜਾ ਕੇ ਉਹਨੇ ਸੰਬੋਧਨ ਕੀਤਾ। ਹੂੰ। ਜਿਵੇਂ ਤੁਸੀਂ ਕਿਹਾ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਕਹਿ ਲਈਏ, ਜਾਂ ਫਿਰ ਤੁਸੀਂ ਸਦਨ ਦੇ ਵਿੱਚ ਗਏ ਹੋ, ਤੇ ਹੁਣ ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਇਸ ਵੇਲੇ ਦੇਸ਼ ਵਿਦੇਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਉਂਦੀਆਂ ਨੇ। ਕਈ ਵਾਰ ਕਕਾਰਾਂ ਨੂੰ ਲੈ ਕੇ ਹੀ ਸਵਾਲ ਉੱਠ ਜਾਂਦੇ ਨੇ ਕਿ ਤੁਸੀਂ ਕੜਾ ਨਹੀਂ ਪਾ ਸਕਦੇ, ਜਾਂ ਫਿਰ ਕਿਰਪਾਨ ਨੂੰ ਲੈ ਕੇ ਸਵਾਲ ਉੱਠਦੇ ਨੇ। ਪਰ ਤੁਸੀਂ ਸਦਨ ਦੇ ਵਿੱਚ ਜਾਂਦੇ ਹੋ, ਪੂਰੇ ਸਿੱਖੀ ਸਰੂਪ ਦੇ ਵਿੱਚ ਅਰਦਾਸ ਕਰਦੇ ਹੋ, ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ? ਜਾਂ ਫਿਰ ਜਿਹੜੀਆਂ ਚੁਣੌਤੀਆਂ ਆਉਂਦੀਆਂ ਨੇ, ਇੱਕ ਪਾਸੇ ਉਹ ਚੁਣੌਤੀਆਂ ਤੇ ਦੂਜੇ ਪਾਸੇ ਤੁਹਾਡੇ ਵੱਲੋਂ ਅਰਦਾਸ ਕੀਤੀ ਗਈ ਹੈ, ਜਿੱਥੇ ਪੂਰਾ ਦੇਸ਼ ਜਿਸ ਚੀਜ਼ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ, ਉਹਨਾਂ ਚੁਣੌਤੀਆਂ ਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ ਜੀ, ਦੋ ਗੱਲ ਹੈ ਵੀ ਚੁਣੌਤੀ ਜਿਹੜੀ ਹੈ ਉਹ ਹਰ ਇਨਸਾਨ ਦੀ ਜ਼ਿੰਦਗੀ 'ਚ ਆਉਂਦੀ ਹੈ, ਤੇ ਆਣੀਆਂ ਵੀ ਹੈ। ਚੁਣੌਤੀਆਂ ਤੋਂ ਸਾਨੂੰ ਜਿਹੜਾ ਉਹ ਸੇਧ ਲੈਣੀ ਚਾਹੀਦੀ ਹੈ, ਸਿੱਖਣਾ ਚਾਹੀਦਾ, ਉਹਨਾਂ ਨੂੰ ਸੋਲਵ ਕਰਨਾ ਚਾਹੀਦਾ, ਉਹਨਾਂ ਤੋਂ ਡਰ ਕੇ ਨਹੀਂ ਬੈਠਣਾ ਚਾਹੀਦਾ। ਪਹਿਲੀ ਗੱਲ ਤੇ ਇਹ ਹੈ। ਸੋ ਇਸ ਕਰਕੇ ਜਿਹੜਾ ਹੈਗਾ, ਉਹ ਚੁਣੌਤੀ ਜਿਹੜੀ ਹੈ ਬਹੁਤ ਵੱਡੀ ਹੈ, ਪਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਹੜਾ ਹੈ, ਇਹ ਸਾਡਾ ਬਹੁਤ ਵੱਡਾ ਜਿਹਦਾ ਇਹਦੇ ਨਾਲ ਮਾਣ ਵਧਿਆ, ਕਿਉਂਕਿ ਜਿੱਥੇ ਆਮ ਕਰਕੇ ਮੈਟਰੋ ਦੇ ਵਿੱਚ, ਜਹਾਜ਼ਾਂ ਦੇ ਵਿੱਚ ਜਾਂ ਹੋਰ ਬਹੁਤ ਜਗ੍ਹਾ ਦੇ ਉੱਤੇ ਸ੍ਰੀ ਸਾਹਿਬ ਤੇ ਪਾਬੰਦੀ ਲਾ ਦਿੱਤੀ ਜਾਂਦੀ, ਤੁਸੀਂ ਲੈ ਕੇ ਨਹੀਂ ਜਾ ਸਕਦੇ। ਪਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੋਈ ਬਖਸ਼ਿਸ਼ ਹੀ ਹੈ ਕਿ USA ਦੇ ਪਾਰਲੀਮੈਂਟ ਦੇ ਵਿੱਚ ਮੈਨੂੰ ਇਸੇ ਤਰ੍ਹਾਂ ਸਿੱਖੀ ਸਰੂਪ ਦੇ ਵਿੱਚ ਪੂਰਾ ਜਿਹੜਾ ਹੈ ਉਹ ਪੰਜ ਕਕਾਰੀ ਵਰਦੀ ਧਾਰਨ ਕਰਕੇ ਜਾਣ ਦਾ ਸੁਭਾਗ ਮਿਲਿਆ ਹੈ। ਮੈਂ ਤੇ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੀ ਗਿਣਦਾ, ਹੋਰ ਕੁਝ ਨਹੀਂ ਜੀ। ਹੂੰ। ਜਿਵੇਂ ਤੁਸੀਂ ਗਏ, ਜਿਵੇਂ ਹੀ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ, ਹਰ ਇੱਕ ਨੂੰ ਵੀਡੀਓ ਵੇਖ ਕੇ ਇੱਕ ਚਾਅ ਜਿਹਾ ਚੜਿਆ, ਤੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਸੀ ਕਿ ਇਹ ਸਬੱਬ ਕਿਵੇਂ ਬਣਿਆ? ਇਹ ਗੱਲ ਕਿੱਥੋਂ ਤੁਰੀ ਕਿ USA ਦੀ ਪਾਰਲੀਮੈਂਟ ਦੇ ਵਿੱਚ ਅਰਦਾਸ ਕੀਤੀ ਜਾਵੇਗੀ? ਪਹਿਲਾਂ ਅਰਦਾਸ ਹੋਵੇਗੀ ਤੇ ਫਿਰ ਉਸ ਤੋਂ ਬਾਅਦ ਕਾਰਵਾਈ, ਜਿਹੜੀ ਪੂਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਬਾਰੇ ਜ਼ਰੂਰ ਦੱਸੋ ਕਿ ਇਹ ਗੱਲ ਕਿੱਥੋਂ ਤੁਰੀ ਸੀ, ਕਿਵੇਂ ਪੂਰਾ ਪ੍ਰੋਸੈਸ ਕਿਵੇਂ ਦਾ ਰਿਹਾ? ਦੇਖੋ ਜੀ, ਗੱਲ ਇਸ ਤਰ੍ਹਾਂ ਵੀ ਅਮਰੀਕਾ ਦੇ ਵਿੱਚ, ਇੱਥੇ ਨਿਊ ਜਰਸੀ ਦੇ ਵਿੱਚ, ਮੈਂ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਹੈੱਡ ਗ੍ਰੰਥੀ ਕਥਾਵਾਚਕ ਡਿਊਟੀ ਕਰਦਾ, ਤੇ ਜੀ। ਸਾਡੇ ਜਿਹੜੇ ਇਸ ਗੁਰੂ ਘਰ ਦੇ ਪ੍ਰਬੰਧਕ ਹੈਗੇ, ਇਹ ਹਮੇਸ਼ਾ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਕਾਰਜਸ਼ੀਲ ਰਹਿੰਦੇ ਆ। ਸੋ ਇਹਨਾਂ ਨੇ ਜਿਹੜੇ ਆ ਇਸ ਤਰ੍ਹਾਂ ਦੇ ਬਹੁਤ ਹੀ ਜਿਹੜੇ ਸਿੱਕੇਬੰਦ ਕੰਮ ਪਹਿਲਾਂ ਵੀ ਕੀਤੇ ਆ, ਜਿਨ੍ਹਾਂ ਦੇ ਵਿੱਚ ਸਿੱਖ ਜੈਨੋਸਾਈਡ ਦਾ ਮਸਲਾ ਜਿਹੜਾ ਹੈ ਉਹ ਲੈ ਕੇ ਗਏ ਇਹ ਸੈਨੇਟ ਦੇ ਵਿੱਚ। ਤੇ ਅਪ੍ਰੈਲ ਨੂੰ, ਜਿਹੜਾ ਅਪ੍ਰੈਲ ਮਹੀਨੇ ਨੂੰ ਖਾਲਸਾ ਸਿੱਖ ਮੰਥ ਦੇ ਨਾਂ ਤੇ ਜਿਹੜਾ ਹੈ ਉਹ ਅਪਰੂਵ ਕਰਾਇਆ। ਇਸੇ ਤਰੀਕੇ ਦੇ ਨਾਲ ਵਿਸਾਖੀ ਨੂੰ ਜਿਹੜਾ ਉਹ ਖਾਲਸਾ ਡੇ ਜਿਹੜਾ ਹੈ ਮਨਾਇਆ, ਜਿਹੜਾ ਖਾਲਸਾ ਡੇ ਅਮਰੀਕਾ ਗਵਰਨਮੈਂਟ ਵੱਲੋਂ ਡਿਕਲੇਅਰ ਕਰਾਇਆ। ਤੇ ਇੱਥੇ ਜਿਹੜਾ ਹੈ ਸਾਡੇ ਗੁਰੂ ਘਰ ਦੇ ਨਾਲ ਦੀ ਜਿਹੜੀ ਸੜਕ ਹੈ, ਉਹਦਾ ਵੀ ਜਿਹੜਾ ਨਾਮ ਬਦਲ ਕੇ, ਜਿੱਥੇ ਪਹਿਲਾਂ ਉਹਦਾ ਨਿਊ ਰੋਡ ਨਾਂ ਸੀ, ਤੇ ਹੁਣ ਉਹਦਾ ਨਾਂ ਜਿਹੜਾ ਗੁਰਦੁਆਰਾ ਰੋਡ ਰੱਖਿਆ ਗਿਆ। ਇਸੇ ਸੰਦਰਭ ਦੇ ਵਿੱਚ ਇਹਨਾਂ ਵੱਲੋਂ ਇਹ ਉਦਮ ਕੀਤਾ ਗਿਆ। ਸਾਡੇ ਇੱਥੇ ਦੇ ਜਿਹੜੇ ਕਾਂਗਰਸਮੈਨ ਹੈ, ਜਿਵੇਂ ਇੰਡੀਆ ਦੇ ਵਿੱਚ MP ਹੁੰਦੇ ਆ, ਤੇ ਇੱਥੇ USA ਦੇ ਵਿੱਚ ਕਾਂਗਰਸਮੈਨ ਉਹਨੂੰ ਕਹਿ ਦਿੰਦੇ ਆ, ਤੇ ਉਹਦੇ ਨਾਲ ਇਹਨਾਂ ਨੇ ਸੰਪਰਕ ਕਰਕੇ ਬਹੁਤ ਵੱਡੀ ਲੰਬੀ ਜਿਹੜੀ ਜਹਿਦ ਹੈ, ਤੇ ਉਹ ਤੋਂ ਬਾਅਦ ਜਿਹੜੀ ਹੈ ਇਹ ਪ੍ਰਾਪਤੀ ਹੋਈ ਹੈਗੀ, ਤੇ ਇਹਦੇ ਲਈ ਕਾਫੀ ਟਾਈਮ ਲੱਗਿਆ। ਸੋ ਇਸ ਕਰਕੇ ਇਹਦੇ ਵਿੱਚ ਮੁੱਖ ਤੌਰ ਤੇ ਜਿਹੜਾ ਉਹ ਖਾਸ ਯੋਗਦਾਨ ਜਿਹੜਾ ਹੈ, ਉਹ ਸਰਦਾਰ ਹਰਜਿੰਦਰ ਸਿੰਘ ਤੇ ਸਰਦਾਰ ਜੁਗਰਾਜ ਸਿੰਘ ਗਰੇਵਾਲ ਦਾ, ਜਿਹੜੇ ਸਾਡੀ ਕਮਿਊਨਿਟੀ ਦੇ ਲੀਡਰ ਹੈ, ਉਹ ਸਾਡੇ ਗੁਰੂ ਘਰ ਦੇ ਨਹੀਂ, ਲਗਭਗ ਪੂਰੇ ਅਮਰੀਕਾ ਦੇ ਵਿੱਚ ਉਹ ਲੀਡ ਕਰਦੇ ਹੈਗੇ, ਤੇ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਹਨ। ਉਹਨਾਂ ਵੱਲੋਂ ਇਹ ਖਾਸ ਉਦਮ ਕੀਤਾ ਗਿਆ। ਬਾਕੀ ਸਾਰੇ ਪ੍ਰਬੰਧਕ ਜਿਹੜੇ ਹੈ, ਉਹ ਸਿੱਖ ਗੁਰਦੁਆਰਾ ਪਾਈਨ ਹਿੱਲ ਦੇ, ਉਹਨਾਂ ਦੇ ਨਾਲ ਸਹਿਯੋਗੀ ਰਹੇ ਹੈ। ਹੂੰ, ਠੀਕ ਹੈ। ਜਿਵੇਂ ਤੁਸੀਂ ਕਿਹਾ ਕਿ ਇੱਕ ਲੰਮੀ ਘਾਲਣਾ ਕਰਨੀ ਪਈ ਕਿ ਇਸ ਤਰੀਕੇ ਦੇ ਨਾਲ ਅਰਦਾਸ ਹੋਵੇ, ਤੇ ਹੁਣ ਜੇ ਅਸੀਂ ਵੇਖੀਏ ਕੈਨੇਡਾ ਭਾਰਤ ਦੇ ਵਿਚਾਲੇ ਇੱਕ ਤਲਖੀ ਵਾਲਾ ਮਾਹੌਲ ਜਿਹੜਾ ਬਣਿਆ ਸੀ, ਤੇ ਕੈਨੇਡਾ ਨੇ ਸਿੱਖਾਂ ਦੇ ਹੱਕ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਸਿੱਖਾਂ ਨੂੰ ਇੱਕ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਕਿ ਤੁਸੀਂ ਜਦੋਂ ਅਰਦਾਸ ਕੀਤੀ, ਸਾਰੇ ਪਾਸੇ ਉਸ ਚੀਜ਼ ਦੀ ਸ਼ਲਾਘਾ ਕੀਤੀ ਗਈ ਕਿ ਹਾਂ, ਇਸ ਤਰੀਕੇ ਦੇ ਨਾਲ ਅਮਰੀਕਾ ਦੇ ਪਾਰਲੀਮੈਂਟ ਦੇ ਵਿੱਚ ਅਰਦਾਸ ਹੋਈ ਹੈ। ਜਿਵੇਂ ਕੈਨੇਡਾ ਦੇ ਵੱਲੋਂ ਵੀ ਸਿੱਖਾਂ ਦੀ ਗੱਲ ਕੀਤੀ ਜਾ ਰਹੀ ਹੈ, ਅਮਰੀਕਾ ਜੋ ਕਿ ਇੱਕ ਆਪਣੇ ਆਪ 'ਚ ਤਾਕਤਵਰ ਦੇਸ਼ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਿੱਖੀ ਨੂੰ ਕਿਵੇਂ ਦੇਖਦੇ ਹੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਜਿਹੜਾ ਕਹਿ ਲਈਏ ਪ੍ਰਚਾਰ ਕਿਵੇਂ ਦਾ ਹੋਵੇਗਾ? ਦੇਖੋ ਭੈਣ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਗੁਰਬਾਣੀ ਦਾ ਵਾਕ ਹੈ ਵੀ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਾਕੈ ਕੋਏ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ਿਸ਼ ਹੈ। ਖਾਲਸੇ ਦੀ ਹਰ ਪਾਸੇ ਜਿਹੜੀ ਹੈ ਉਹ ਚੜ੍ਹਦੀ ਕਲਾ ਹੋਣੀ ਹੈ। ਤੇ ਕਈ ਵਾਰ ਜਿਹੜਾ ਹੈਗਾ ਸਮੇਂ ਦੇ ਨਾਲ, ਹਾਲਾਤ ਦੇ ਨਾਲ ਸਾਨੂੰ ਝਗੜਨਾ ਵੀ ਪੈਂਦਾ। ਹੁਣ ਤੁਹਾਨੂੰ ਪਤਾ 50-60 ਸਾਲ ਸਾਨੂੰ ਜਿਹੜਾ ਉਹ ਜੰਗਲਾਂ 'ਚ ਵੀ ਰਹਿਣਾ ਪਿਆ, ਤੇ ਪਰ ਉਹ ਜੰਗਲਾਂ ਦੇ ਵਿੱਚ ਰਹਿਣ ਤੋਂ ਬਾਅਦ ਖਾਲਸਾ ਰਾਜ ਵੀ ਆਇਆ, ਤੇ ਉਹ ਵੀ ਰਾਜ ਅਸੀਂ ਮਾਣਿਆ। ਸੋ ਸਮਾਂ ਇਹ ਬਦਲਦਾ ਰਹਿੰਦਾ,
ਤੇ ਬਾਕੀ ਜਿਹੜੀ ਰਹੀ ਇਹਨਾਂ ਮੁਲਕਾਂ ਦੀ ਗੱਲ, ਭਾਵੇਂ ਉਹ ਕੈਨੇਡਾ ਹੈ, ਭਾਵੇਂ ਅਮਰੀਕਾ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਵੀ ਲੰਬਾ ਸਮਾਂ ਰਿਹਾ ਹਾਂਗਾ। ਹੂੰ, ਇੱਥੇ ਜਿਹੜੇ ਲੋਕ ਹੈ, ਇੱਥੇ ਦਾ ਜਿਹੜਾ ਸਿਸਟਮ ਹੈ, ਉਹ ਇਨਸਾਫ ਪਸੰਦ ਹੈ। ਇੱਥੇ ਕਿਸੇ ਦੇ ਨਾਲ ਧੱਕਾ ਨਹੀਂ ਹੁੰਦਾ। ਕਈ ਵਾਰ ਸਾਨੂੰ ਦੇਖਣ ਨੂੰ ਕਈ ਘਟਨਾਵਾਂ ਮਿਲਦੀਆਂ ਹੈ, ਜਾਂ ਅਸੀਂ ਜਿਹੜਾ ਬਈ ਕਿਸੇ ਦੇ ਨਾਲ ਧੱਕਾ ਹੋਇਆ, ਉਹ ਕੁਝ ਸਿਰਫਿਰੇ ਲੋਕ ਹੈ, ਉਹਨਾਂ ਵੱਲੋਂ ਕਦੇ ਕੋਈ ਮਾੜੀ ਘਟਨਾ ਕਰ ਦਿੱਤੀ ਜਾਵੇ, ਉਹ ਗੱਲ ਵੱਖਰੀ ਹੈ। ਪਰ ਇੱਥੇ ਦੇ ਸਿਸਟਮ ਦੇ ਵਿੱਚ, ਇਹਨਾਂ ਮੁਲਕ ਦੇ ਵਿੱਚ, ਇੱਥੋਂ ਦੀ ਜਿਹੜੀ ਕਹਿ ਲਈਏ ਸਰਕਾਰੀ ਤੰਤਰ ਦੁਆਰਾ ਜਿਹੜਾ ਹੈ, ਉਹ ਕਿਸੇ ਦੇ ਨਾਲ ਕਦੇ ਕੋਈ ਧੱਕਾ ਨਹੀਂ ਹੁੰਦਾ। ਸਗੋਂ ਇਹ ਹਰ ਧਰਮ ਦਾ ਜਿਹੜਾ ਹੈ ਬੜੀ ਰਿਸਪੈਕਟ ਕਰਦੇ ਆ, ਬੜਾ ਸਤਿਕਾਰ ਕਰਦੇ ਆ। ਇਹੀ ਕਾਰਨ ਹੈ ਇਹਨਾਂ ਨੇ ਜਿਹੜਾ ਹੈ ਉਹ ਸਾਨੂੰ ਵੀ ਇੱਜ਼ਤ ਮਾਣ ਸਤਿਕਾਰ ਦਿੱਤਾ। ਨਹੀਂ ਤਾਂ ਤੁਸੀਂ ਦੇਖੋਗੇ ਦੁਨੀਆ ਦੇ ਲਗਭਗ ਸਭ ਤੋਂ ਛੋਟੇ ਧਰਮਾਂ ਦੇ ਵਿੱਚ ਅਸੀਂ ਆਉਂਦੇ ਹਾਂ, ਸਾਡੀ ਗਿਣਤੀ ਬਹੁਤ ਘੱਟ ਹੈ। ਤੇ ਫਿਰ ਵੀ ਜਿਹੜਾ ਉਹ ਐਡਾ ਵੱਡਾ ਮਾਣ ਜਿਹੜਾ ਹੈ, ਉਹ ਇਹਨਾਂ ਵੱਲੋਂ ਦੇਣਾ, ਇਹ ਜਿਹੜੀ ਹੈ ਸਾਡੇ ਲਈ ਫਖਰ ਵਾਲੀ ਗੱਲ ਹੈ। ਹੂੰ। ਤੁਸੀਂ ਰੋਪੜ ਦੇ ਪਿੰਡ ਚੱਬਰੇਵਾਲ ਤੋਂ ਉੱਠ ਕੇ ਅਮਰੀਕਾ ਗਏ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਤੁਹਾਡੇ ਅੰਦਰ ਸਿੱਖੀ ਦੀ ਚਿਣਕ ਜਿਹੜੀ ਹੈ ਉਹ ਬਾਅਦ ਦੇ ਵਿੱਚ ਪੈਦਾ ਹੋਈ, ਤੁਹਾਡੇ ਅੰਦਰੋਂ ਇਹ ਆਵਾਜ਼ ਆਈ ਕਿ ਨਹੀਂ, ਤੁਸੀਂ ਸਿੱਖੀ ਸਰੂਪ ਦੇ ਵਿੱਚ ਆਉਣਾ। ਆਪਣੇ ਪਿਛੋਕੜ ਬਾਰੇ ਦੱਸੋ ਕਿ ਕਿਵੇਂ ਤੁਹਾਡੇ ਅੰਦਰ ਸਿੱਖੀ ਦਾ ਉਹ ਬੂਟਾ ਕਿਵੇਂ ਪਲਿਆ, ਕਿਵੇਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਆਏ ਤੇ ਉਹ ਮੁਹੱਬਤ ਜਿਹੜੀ ਹੈ ਸਿੱਖੀ ਦੇ ਨਾਲ ਕਿਵੇਂ ਪੈਦਾ ਹੋਈ? ਉਹਦਾ ਕਾਰਨ ਇਹ ਹੈ ਜੀ, ਮੇਰਾ ਪਿੰਡ ਜਿਹੜਾ ਹੈ ਲਗਭਗ ਰੋਪੜ ਜ਼ਿਲ੍ਹੇ ਦਾ ਸਭ ਤੋਂ ਛੋਟਾ ਪਿੰਡ ਹੈ। ਜਬਰੇਵਾਲ ਪਿੰਡ ਹੈ ਤੇ ਨੂਰਪੁਰ ਬੇਦੀ ਬਲਾਕ ਦੇ ਵਿੱਚ। ਤੇ ਮੈਂ ਜਿਹੜਾ ਹੈਗਾ ਸਿੱਖੀ ਸਰੂਪ ਦੇ ਵੱਲ ਕਹਿ ਲਈਏ, ਜਾਂ ਗੁਰਮਤ ਦੇ ਵੱਲ, ਜਾਂ ਇਸ ਪ੍ਰਚਾਰਕ ਫੀਲਡ ਦੇ ਵੱਲ ਇਸ ਕਰਕੇ ਆਇਆ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਇੱਕ ਧਾਰਮਿਕ ਪ੍ਰੀਖਿਆ ਲਈ ਜਾਂਦੀ ਬੱਚਿਆਂ ਦੀ। ਤੇ ਉਹ ਧਾਰਮਿਕ ਪ੍ਰੀਖਿਆ ਜਿਹੜੀ ਹੈ ਦੇਣੀ ਸ਼ੁਰੂ ਕੀਤੀ, ਜਿਹਦੇ ਕਰਕੇ ਜਿਹੜਾ ਹੈ ਧਰਮ ਬਾਰੇ ਕੁਝ ਗਿਆਨ ਹੋਣਾ ਸ਼ੁਰੂ ਹੋਇਆ। ਤੇ ਪ੍ਰਿੰਸੀਪਲ ਪ੍ਰੇਮ ਸਿੰਘ ਪਿੰਡ ਹੀਰਪੁਰ ਤੋਂ, ਜਿਹੜੇ ਬਹੁਤ ਹੀ ਮਤਲਬ ਕਹਿ ਲਈਏ ਸੁਚੱਜੇ ਸੁਲਝੇ ਵਿਦਵਾਨ ਹੈਗੇ ਤੇ ਚੰਗੀ ਸ਼ਖਸੀਅਤ ਦੇ ਮਾਲਕ ਹੈ, ਉਹਨਾਂ ਦਾ ਮੇਰੇ ਜੀਵਨ ਦੇ ਵਿੱਚ ਬਹੁਤ ਅਸਰ ਰਿਹਾ ਹੈ। ਉਹ ਪਹਿਲੇ ਇੰਗਲਿਸ਼ ਦੇ ਜਿਹੜੇ ਸਨ ਟੀਚਰ ਸਨ ਝੱਜ ਸਕੂਲ ਦੇ ਵਿੱਚ, ਬਾਅਦ ਦੇ ਵਿੱਚ ਉਹ ਪ੍ਰਿੰਸੀਪਲ ਬਣੇ ਆ। ਤੇ ਉਹਨਾਂ ਦੀ ਮੈਂ ਸੰਗਤ ਕਰਕੇ ਜਿਹੜਾ ਹੈ ਇਸ ਲਾਈਨ ਦੇ ਵਿੱਚ ਆਇਆ। ਬਾਕੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ 2 ਸਾਲਾ ਪੱਤਰ ਵਿਹਾਰ ਕੋਰਸ ਕਰਾਇਆ ਜਾਂਦਾ ਹੈ, ਤੇ ਉਹ ਕੋਰਸ ਮੈਂ ਪੜ੍ਹਦੇ ਨਹੀਂ ਕਰ ਲਿਆ ਸੀ। ਜਦੋਂ ਮੈਂ 10ਵੀਂ 11ਵੀਂ ਦੇ ਵਿੱਚ ਪੜ੍ਹਦਾ ਸੀ ਨਾ, ਉਦੋਂ ਹੀ ਹੂੰ, ਜਿਹੜਾ ਹੈਗਾ ਉਹ ਕੋਰਸ ਮੈਂ ਕੰਪਲੀਟ ਕਰ ਲਿਆ ਸੀ। ਤੇ ਉਹਦੇ ਬਾਅਦ +2 ਤੋਂ ਬਾਅਦ ਮੈਂ ਰੈਗੂਲਰ ਪੜ੍ਹਾਈ ਜਿਹੜੀ ਹੈ 3 ਸਾਲ ਦਾ ਡਿਪਲੋਮਾ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ। ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜਿਹੜੇ ਸੀ, ਉਹ ਮੇਰੇ ਉਸਤਾਦ ਹੈ, ਉਹਨਾਂ ਤੋਂ ਮੈਂ ਹੂੰ, ਗੁਰਮਤਿ ਦੀ ਜਿਹੜੀ ਹੈ ਉਹ ਵਿੱਦਿਆ ਪ੍ਰਾਪਤ ਕੀਤੀ ਹੈ। ਤੇ ਬਾਕੀ ਮੇਰੇ ਲਈ ਜਿਹੜੀ ਆ ਉਹ ਵੱਡੀ ਖੁਸ਼ੀ ਦੀ ਗੱਲ ਇਹ ਸੀ ਵੀ ਜਿਸ ਵਕਤ ਮੇਰਾ ਹਲੇ ਕੋਰਸ ਜਿਹੜਾ ਉਹ ਪੂਰਾ ਹੋਣਾ ਸੀ, ਤੇ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਮੇਰੀ ਐਜ ਏ ਟੀਚਰ ਜਿਹੜੀ ਹੈ ਉਹ ਕਾਲਜ ਦੇ ਵਿੱਚ ਪੜ੍ਹਾਉਣ ਦੇ ਲਈ ਸਿਲੈਕਸ਼ਨ ਹੋ ਗਈ ਸੀ। ਤੇ ਇਸ ਕਰਕੇ ਜਿਹੜਾ ਹੈਗਾ ਲਗਭਗ ਮੈਂ ਫਿਰ 4 ਸਾਲ ਉੱਥੇ ਪੜ੍ਹਾਇਆ। ਤੇ 4 ਸਾਲ ਉੱਥੇ ਪੜ੍ਹਾਉਣ ਤੋਂ ਬਾਅਦ ਫਿਰ ਮੈਂ ਕੈਨੇਡਾ ਆ ਗਿਆ ਜੀ 2007 ਦੇ ਵਿੱਚ। ਤੇ ਹੂੰ, ਉਦੋਂ ਦਾ ਫਿਰ ਲਗਭਗ ਵਿਦੇਸ਼ ਦੇ ਵਿੱਚ ਹੀ ਆ, ਵੱਖ-ਵੱਖ ਸਟੇਜਾਂ ਤੇ ਕਥਾ ਕਰਨ ਦਾ, ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਤੇ ਕੈਨੇਡਾ ਹੂੰ, ਦੇ ਵਿੱਚ ਮੈਨੂੰ ਲਿਆਉਣ ਵਾਲੇ ਜਿਹੜੇ ਹੈਗੇ, ਉਹ ਗਿਆਨੀ ਪ੍ਰੇਮ ਸਿੰਘ ਰਕਾਸਣ ਤੋਂ ਹੈਗੇ, ਨਵਾਂ ਸ਼ਹਿਰ ਦੇ ਵਿੱਚ ਉਹਨਾਂ ਦਾ ਪਿੰਡ ਹੈ। ਉਹਨਾਂ ਨੇ ਮੇਰੀ ਕਥਾ ਸੁਣੀ ਸੀ, ਤੇ ਇਸ ਹੂੰ, ਕਰਕੇ ਜਿਹੜਾ ਉਹੀ ਮੈਨੂੰ ਬਾਹਰ ਲੈ ਕੇ ਆਏ ਹੈ। ਤੇ ਉਹਨਾਂ ਦੇ ਨਾਲ ਸਰਦਾਰ ਮੱਖਣ ਸਿੰਘ ਕੂਨਰ, ਉਹਨਾਂ ਦੋਵਾਂ ਦਾ ਸਹਿਯੋਗ ਰਿਹਾ। ਤੇ ਸਭ ਤੋਂ ਹੂੰ, ਪਹਿਲਾਂ ਮੈਂ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਦੇ ਵਿੱਚ ਆਇਆ। ਉੱਥੋਂ ਦੇ ਪ੍ਰਧਾਨ ਸਰਦਾਰ ਦਲਜੀਤ ਸਿੰਘ ਸੇਖੋਂ ਜਿਹੜੇ ਹੈ, ਉਹਨਾਂ ਦਾ ਵੀ ਮੈਂ ਬੜਾ ਧੰਨਵਾਦੀ ਹਾਂ, ਕਿਉਂਕਿ ਮੈਨੂੰ ਜਿਹੜਾ ਹੈ ਕੈਨੇਡਾ ਦੇ ਵਿੱਚ ਦੀ ਉਹਨਾਂ ਨੇ ਸਪਾਂਸਰ ਭੇਜੀ, ਤੇ ਇਸ ਕਰਕੇ ਮੈਂ ਜਿਹੜਾ ਕੈਨੇਡਾ ਆ ਸਕਿਆ। ਸੋ ਇਹਨਾਂ ਹੂੰ। ਸਾਰੀਆਂ ਸ਼ਖਸੀਅਤਾਂ ਦਾ ਮੇਰੇ ਜੀਵਨ ਦੇ ਵਿੱਚ ਖਾਸ ਰੋਲ ਰਿਹਾ ਜੀ। ਠੀਕ ਹੈ। ਜਿਵੇਂ ਤੁਸੀਂ ਵਿਦੇਸ਼ ਦੀ ਧਰਤੀ ਤੇ ਬੈਠੇ ਹੋ, ਅਸੀਂ ਪੰਜਾਬ ਆ, ਤੇ ਜਿਹੜੇ ਸਾਡੇ ਨੌਜਵਾਨ ਵਿਦੇਸ਼ ਜਾਂਦੇ ਨੇ, ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਦੋਂ ਜਾਂਦੇ ਨੇ, ਤਾਂ ਅਸੀਂ ਬੜੀ ਵਾਰੀ ਦੇਖਿਆ ਕਿ ਨੌਜਵਾਨ ਇੱਥੋਂ ਪੂਰੇ ਸਿੱਖੀ ਸਰੂਪ 'ਚ ਹੁੰਦੇ ਨੇ, ਪਰ ਵਿਦੇਸ਼ ਜਾ ਕੇ ਉਹ ਆਪਣੇ ਕੇਸ ਜਿਹੜੇ ਉਹ ਕਤਲ ਕਰਵਾ ਲੈਂਦੇ ਨੇ। ਫਿਰ ਪੰਜਾਬ ਬੈਠੇ ਮਾਪਿਆਂ ਦੇ ਜਿਹੜੇ ਹਿਰਦੇ ਉਹ ਵਲੂੰਧਰੇ ਜਾਂਦੇ ਨੇ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਭੇਜਿਆ ਸੀ। ਹਾਲਾਂਕਿ ਇਹਦਾ ਦੂਜਾ ਪੱਖ ਵੀ ਹੈਗਾ, ਕਈ ਨੌਜਵਾਨ ਅਜਿਹੇ ਨੇ ਜਿਹੜੇ ਵਿਦੇਸ਼ ਜਾ ਕੇ ਸੋਚਦੇ ਨੇ, ਇਸ ਬਾਰੇ ਚੀਜ਼ਾਂ ਨੂੰ ਸਮਝਦੇ ਨੇ, ਫਿਰ ਉਹ ਸਿੱਖੀ ਸਰੂਪ ਦੇ ਵਿੱਚ ਆਉਂਦੇ ਨੇ। ਤੁਸੀਂ ਵੀ ਵਿਦੇਸ਼ ਦੀ ਧਰਤੀ ਤੇ ਬੈਠੇ ਸਿੱਖੀ ਸਰੂਪ ਦੇ ਵਿੱਚ, ਹੁਣ ਤੁਹਾਨੂੰ ਸਾਰੇ ਲੋਕ ਜਿਹੜੇ ਉਹ ਜਾਣਨ ਲੱਗ ਗਏ ਕਿ ਇਸ ਤਰੀਕੇ ਦੇ ਨਾਲ ਜਸਵਿੰਦਰ ਸਿੰਘ ਜੀ ਨੇ ਜਿਨ੍ਹਾਂ ਦੇ ਵੱਲੋਂ ਅਰਦਾਸ ਕੀਤੀ ਗਈ ਹੈ। ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਵੀ ਅਸੀਂ ਬੁਲੰਦੀਆਂ ਹਾਸਲ ਕਰ ਸਕਦੇ ਹਾਂ? ਬਿਲਕੁਲ ਜੀ, ਇਹਦੇ 'ਚ ਕੋਈ ਦੋ ਰਾਮਾ ਨਹੀਂ ਹੈ। ਸਿੱਖੀ ਸਰੂਪ ਦੇ ਵਿੱਚ ਰਹਿ ਕੇ ਸਗੋਂ ਜਿਹੜਾ ਹੈ ਉਹ ਸਾਡੀ ਪਛਾਣ ਵੀ ਬਣਦੀ ਹੈ, ਤੇ ਇਹਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਵੀ ਹੁੰਦਾ। ਇਹ ਸਿਰਫ ਇੱਕ ਢੁੱਚਰ ਹੈਗੀ, ਇੱਕ ਸਾਡੇ ਵਿੱਚ ਆਮ ਕਰਕੇ ਜਿਹੜੀ ਹੈ ਨਾ ਗੱਲ, ਸਾਡੇ ਨੌਜਵਾਨਾਂ ਦੇ ਵਿੱਚ ਜਦੋਂ 10ਵੀਂ 11ਵੀਂ ਦੇ ਵਿੱਚ ਜਾਂਦੇ ਹੈ, 9ਵੀਂ 10ਵੀਂ ਤੋਂ ਬਾਅਦ ਇਹ ਸ਼ੁਰੂ ਹੋ ਜਾਂਦੀ ਹੈ ਕਿ ਸ਼ਾਇਦ ਉਹ ਕੇਸ ਦਾੜੀ ਰੱਖਣ ਦੇ ਨਾਲ ਸੋਹਣੇ ਨਹੀਂ ਲੱਗ ਰਹੇ ਹੈਗੇ। ਇਹ ਸਿਰਫ ਜਿਹੜਾ ਹੈਗਾ ਇੱਕ ਉਹਨਾਂ ਦੇ ਮਨ ਦੀ ਹੀਣ ਭਾਵਨਾ,
ਉਹ ਤੋਂ ਬਾਅਦ ਜਦੋਂ ਬਾਹਰ ਆਉਂਦੇ ਆ, ਉਹ ਇੱਕ ਬਹਾਨਾ ਲੱਭ ਜਾਂਦਾ ਹੈਗਾ, ਮੈਂ ਜੀ ਬਾਹਰ ਜਾਣ ਕਰਕੇ ਕੇਸ ਕਟਾ ਲਏ। ਇੱਥੇ ਕੇਸਾਂ ਦੇ ਨਾਲ ਕੋਈ ਦਿੱਕਤ ਨਹੀਂ ਹੈਗੀ। ਹਾਂ, ਕੇਸਾਂ ਦੇ ਨਾਲ ਤੁਹਾਨੂੰ ਸਤਿਕਾਰ ਮਿਲਦਾ। ਜਿਨ੍ਹਾਂ ਨੇ ਕੇਸ ਰੱਖੇ ਹੋਣਗੇ, ਉਹਨਾਂ ਨੇ ਦੇਖਿਆ ਮੇਰੇ ਨਾਲ ਵੀ ਬਹੁਤ ਵਾਰੀ ਜਿਹੜੀ ਹੈ ਇਹ ਘਟਨਾ ਵਾਪਰਦੀ ਹੈ। ਬਹੁਤ ਸਾਰੇ ਲੋਕ ਸਾਨੂੰ ਖ਼ਾਸ ਤਵੱਜੋ ਦਿੰਦੇ ਹੈ। ਉਹ ਸਾਡੇ ਬਾਰੇ ਪੁੱਛਦੇ ਆ ਵੀ ਤੁਸੀਂ ਕੌਣ ਹੈ? ਤੇ ਕੇਸਾਂ ਬਾਰੇ ਪੁੱਛਦੇ ਆ। ਤੁਸੀਂ ਆਮ ਕਰਕੇ ਕਿਸੇ ਪਾਰਕ ਦੇ ਵਿੱਚ ਚਲੇ ਜਾਓ ਜਾਂ ਕਿਤੇ ਉੱਧਰ ਚਲੇ ਜਾਓ, ਲੋਕ ਜਿਹੜੇ ਆ ਇੱਥੋਂ ਦੇ ਗੋਰੇ ਆ ਜਾਂ ਕਾਲੇ ਆ, ਉਹ ਤੁਹਾਡੇ ਨਾਲ ਫੋਟੋਆਂ ਖਿਚਾਉਂਦੇ ਆ, ਤੁਹਾਡੇ ਨਾਲ ਸੈਲਫੀਆਂ ਲੈਂਦੇ ਆ। ਤੇ ਉਹਨਾਂ ਨੂੰ ਜਿਹੜਾ ਹੈ ਸਿੱਖੀ ਸਰੂਪ ਚੰਗਾ ਲੱਗਦਾ। ਹਾਂ, ਜੇ ਕਿਤੇ ਕੋਈ ਇੱਕ ਅੱਧੀ ਕੋਈ ਘਟਨਾ ਵਾਪਰਦੀ ਹੈ, ਕੋਈ ਸਿਰਫਿਰਾ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੱਲ ਕਰਦਾ ਹੈ, ਤਾਂ ਉਹ ਤੋਂ ਸਾਨੂੰ ਜਿਹੜਾ ਨਿਰਾਸ਼ ਨਹੀਂ ਹੋਣਾ ਚਾਹੀਦਾ, ਹੀਨ ਭਾਵਨਾ 'ਚ ਨਹੀਂ ਆਉਣਾ ਚਾਹੀਦਾ, ਸਗੋਂ ਪੋਜ਼ਿਟਿਵ ਰਹਿਣਾ ਚਾਹੀਦਾ ਹੈਗਾ। ਸਿੱਖੀ ਸਰੂਪ ਦੇ ਨਾਲ ਜੀਵਨ ਦੇ ਵਿੱਚ ਵੱਧ ਤਰੱਕੀ ਹੈ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਬਣ ਸਕਦੇ ਹਾਂ ਜੀ। ਹੂੰ। ਜਿਵੇਂ ਤੁਸੀਂ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖੀ ਸਰੂਪ 'ਚ ਹੁੰਦੇ ਨੇ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਏ, ਤੇ ਗੱਲ ਜੇ ਅਸੀਂ ਜਦੋਂ 9/11 ਵਾਲਾ ਅਟੈਕ ਹੋਇਆ, ਉਸ ਅਟੈਕ ਨੇ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਦੇ ਹਿਰਦੇ ਜਿਹੜੇ ਉਹ ਵਲੂੰਧਰ ਗਏ ਸੀ। ਉਸ ਤੋਂ ਬਾਅਦ ਖਾਸ ਕਰਕੇ ਅਮਰੀਕਾ ਨੂੰ ਉਹਦਾ ਵੱਡੀ ਸੱਟ ਜਿਹੜੀ ਉਹ ਅਮਰੀਕਾ ਨੂੰ ਵੱਜੀ ਸੀ, ਤੇ ਹੁਣ ਇੱਕ ਅਮਰੀਕਾ ਦੇ ਵੱਲੋਂ ਹੀ ਸਿੱਖ ਨੂੰ ਕਿਹਾ ਜਾਂਦਾ, ਸਿੱਖ ਦੇ ਵੱਲੋਂ ਅਰਦਾਸ ਜਿਹੜੀ ਉਹ ਕਰਵਾਈ ਗਈ ਹੈ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਸ ਵੇਲੇ ਵਰਤਾਰੇ ਵਾਪਰ ਰਹੇ ਨੇ ਉਹਨਾਂ ਦਾ ਨਤੀਜਾ ਕੀ ਹੋਵੇਗਾ? ਅੱਛਾ, ਇਹਦੀ ਇਹ ਚੱਕਰ ਹੈ ਜੀ ਵੀ ਜਿਹੜਾ 9/11 ਹੈ, ਉਹਨੇ ਲੋਕਾਂ ਦੇ ਉੱਤੇ ਜਿਹੜਾ ਜ਼ਿੰਦਗੀ ਦੇ ਵਿੱਚ ਬੜਾ ਗਹਿਰਾ ਅਸਰ ਪਾਇਆ ਹੈ। ਇਹਦੇ ਨਾਲ ਜਿਹੜੇ ਹੈ ਉਹ ਥੋੜ੍ਹਾ ਜਿਹਾ ਸਾਡੀ ਪਛਾਣ ਦੇ ਵਿੱਚ ਇਸ ਕਰਕੇ ਉਹਨਾਂ ਨੇ ਭੁਲੇਖਾ ਖਾਧਾ, ਕਿਉਂਕਿ ਉਸ ਵੇਲੇ ਸਾਨੂੰ ਤਾਲਿਬਾਨ ਦੇ ਨਾਲ ਜਿਹੜਾ ਹੈ ਉਹ ਜੋੜ ਕੇ ਦੇਖਿਆ ਜਾਂਦਾ ਸੀ। ਤੇ ਪਰ ਉਹਦੇ ਨਾਲ ਜਿਹੜਾ ਉਹ ਤੋਂ ਬਾਅਦ ਜਦੋਂ ਇਹ 2-4 ਘਟਨਾਵਾਂ ਵਾਪਰੀਆਂ, ਇੱਥੋਂ ਦੀਆਂ ਜਿਹੜੀਆਂ ਬਾਹਰ ਦੀਆਂ ਸਭਾ ਸੁਸਾਇਟੀਆਂ ਹੈ, ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਉਸ ਗੱਲ ਦੇ ਉੱਤੇ ਵਰਕ ਕੀਤਾ ਤੇ ਸਾਡੀ ਜਿਹੜੀ ਪਛਾਣ ਸੀ ਉਹ ਵੱਖਰੀ ਜਿਹੜੀ ਹੈ ਉਹ ਨਿਖਰ ਕੇ ਸਾਹਮਣੇ ਆਈ ਹੈ। ਹੁਣ ਜਿਹੜੀ ਆਹ ਘਟਨਾ ਵਾਪਰੀ ਹੈ, ਆਹ ਕੰਮ ਹੋਇਆ ਯੂਐਸ ਪਾਰਲੀਮੈਂਟ ਦੇ ਵਿੱਚ ਪੂਰੇ ਸਿੱਖੀ ਸਰੂਪ ਦੇ ਵਿੱਚ ਜਾ ਕੇ ਅਰਦਾਸ ਹੋਣੀ, ਇਹਦੇ ਨਾਲ ਜਿਹੜਾ ਇੱਥੋਂ ਦੇ ਸਪੀਕਰ ਵੱਲੋਂ ਤੇ ਦੂਜੇ ਨੰਬਰ ਤੇ ਕਾਂਗਰਸਮੈਨ ਵੱਲੋਂ, ਇਹਨਾਂ ਵੱਲੋਂ ਸਾਰਿਆਂ ਵੱਲੋਂ ਐਪਰੀਸ਼ੀਏਟ ਕਰਨਾ, ਤੇ ਇਹ ਜਿਹੜੀ ਹੈ ਯੂਐਸਏ ਦੇ ਜਿਹੜਾ ਹੈਗਾ ਪਾਰਲੀਮੈਂਟ ਦਾ ਚੈਨਲ ਯੂ ਸਕੈਨ ਆਪਣਾ ਸੌਰੀ ਮਾਫ ਕਰਨਾ ਸੀ ਸਕੈਨ, ਉਹਦੇ ਤੋਂ ਜਿਹੜੀ ਹੈ ਸਾਰੀ ਘਟਨਾ ਜਿਹੜੀ ਹੈ ਉਹ ਲਾਈਵ ਹੋਣੀ ਤੇ ਇੱਥੋਂ ਦੇ ਯੂਐਸ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇਹਨੂੰ ਕਵਰੇਜ ਕਰਨਾ, ਇਹਦੇ ਨਾਲ ਸਿੱਖਾਂ ਦੇ ਲਈ ਇੱਕ ਆਪਣੇ ਜਿਹੜਾ ਕਹਿ ਲਈਏ ਵੀ ਨਸਲੀ ਵਿਤਕਰੇ ਦੇ ਤੌਰ ਤੇ ਵੀ ਜਿਹੜਾ ਦੇਖਿਆ ਜਾਂਦਾ ਸੀ, ਉਹਦੇ ਲਈ ਵੀ ਬਹੁਤ ਵੱਡੀ ਸਾਨੂੰ ਜਿਹੜੀ ਹੈ ਉਹ ਵੱਖਰੀ ਪਛਾਣ ਮਿਲੀ ਹੈ। ਲੋਕ ਜਿਹੜੇ ਆ ਹੁਣ ਜਾਣ ਚੁੱਕੇ ਆ ਕਿ ਤਾਲਿਬਾਨ ਹੋਰ ਹੈਗੇ ਤੇ ਇਹ ਜਿਹੜੇ ਸਿੱਖ ਹਨ ਇਹ ਹੋਰ ਹਨ। ਸੋ ਇਸ ਕਰਕੇ ਜਿਹੜਾ ਸਾਨੂੰ ਸਿੱਖੀ ਸਰੂਪ ਦੇ ਵਿੱਚ ਕਾਇਮ ਰਹਿੰਦਿਆਂ ਹੋਣਾ, ਜੇ ਕੋਈ ਚੁਣੌਤੀ ਆਈ ਆ ਉਹਦੇ ਨਾਲ ਲੜਨਾ ਚਾਹੀਦਾ, ਨਾ ਕਿ ਉਹ ਤੋਂ ਭੱਜਣਾ ਚਾਹੀਦਾ ਹੈ। ਵਿਦੇਸ਼ਾਂ ਦੇ ਵਿੱਚ ਸਿੱਖੀ ਨੂੰ ਲੈ ਕੇ ਕਿਵੇਂ ਦਾ ਪ੍ਰਚਾਰ ਹੋ ਰਿਹਾ? ਕਿਉਂਕਿ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਕਿ ਸਿੱਖੀ ਦੇ ਲਈ ਪ੍ਰਚਾਰ ਕਰਨ ਦੀ ਲੋੜ ਹੈ। ਇੱਥੇ ਵੀ ਪ੍ਰਚਾਰ ਹੋ ਰਹੇ ਨੇ, ਤੇ ਵਿਦੇਸ਼ਾਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਚਾਰ ਤੁਹਾਡੇ ਵੱਲੋਂ ਜਾਂ ਫਿਰ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਕਿਵੇਂ ਦਾ ਪ੍ਰਚਾਰ ਵਿਦੇਸ਼ਾਂ ਦੇ ਵਿੱਚ ਕੀਤਾ ਜਾ ਰਿਹਾ? ਦੇਖੋ ਜੀ, ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਜਿਹੜਾ ਪ੍ਰਚਾਰ ਬਹੁਤ ਵਧੀਆ ਤੇ ਸੁਚੱਜੇ ਤਰੀਕੇ ਦੇ ਨਾਲ ਹੁੰਦਾ। ਬਹੁਤ ਸਾਰੀਆਂ ਇੱਥੇ ਦੇ ਜਿਹੜੇ ਪ੍ਰਬੰਧਕ ਹੈਗੇ ਉਹ ਪ੍ਰਚਾਰ ਦੇ ਮਾਮਲੇ 'ਚ ਸੁਹਿਰਦ ਹੈਗੇ ਤੇ ਬਾਕੀ ਜਿਹੜਾ ਹੈਗਾ ਬਹੁਤ ਸਾਰੇ ਐਸੇ ਵੀ ਆ ਜਾਂਦੇ ਹੈਗੇ ਜਿਹੜੇ ਇਸ ਗੱਲ ਤੋਂ ਅਣਜਾਣ ਹੈਗੇ। ਪਰ ਮੈਂ ਤੇ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਨਾ, ਜਦੋਂ ਅਸੀਂ ਬਾਣੀ ਦੇ ਨਾਲ ਜੁੜਾਂਗੇ, ਕਿਉਂਕਿ ਜਿਹੜਾ ਸਿੱਖ ਬਾਣੀ ਪੜ੍ਹੇਗਾ, ਸ਼ਬਦ ਪੜ੍ਹੇਗਾ, ਭਾਵੇਂ ਉਹ ਨੌਜਵਾਨ ਵੀ ਉਹੀ ਪਤਿਤ ਹੁੰਦੇ ਆ, ਉਹੀ ਸਿੱਖੀ ਤੋਂ ਟੁੱਟਦੇ ਜਿਨ੍ਹਾਂ ਨੂੰ ਬਾਣੀ ਬਾਰੇ ਸੂਝੀ ਨਹੀਂ ਹੈ। ਮੈਂ ਤੇ ਇੱਥੇ ਆਪਣੀ ਸੰਗਤ ਦੇ ਵਿੱਚ ਵੀ ਜਿਹੜਾ ਹੈ 80 ਬੰਦੇ ਸੰਗਤ ਦੇ ਵਿੱਚ ਐਸੇ ਹੈ ਸਾਡੇ ਜਿਨ੍ਹਾਂ ਨੇ ਆਪ ਸਹਿਜ ਪਾਠ ਕੀਤੇ ਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦਿਵਸ ਦੇ ਉੱਤੇ ਸਹਿਜ ਪਾਠ ਆਰੰਭ ਕਰਦੇ ਹਾਂ ਤੇ ਅਗਲੇ ਸਾਲ ਗੁਰਤਾ ਗੱਦੀ ਦਿਵਸ ਦੇ ਉੱਤੇ ਹੀ ਭੋਗ ਪਾਏ ਜਾਂਦੇ ਆ ਤੇ ਸਮੇਂ-ਸਮੇਂ ਤੇ ਉਹਨਾਂ ਨਾਲ ਸੰਪਰਕ ਕੀਤਾ ਜਾਂਦਾ ਕਿ ਕਿਹਦਾ ਕਿੰਨਾ ਸਹਿਜ ਪਾਠ ਹੋ ਗਿਆ, ਤੇ ਬਹੁਤ ਸਾਰੀਆਂ ਸੰਗਤਾਂ ਨੇ ਅਰਥਾਂ ਸਮੇਤ ਜਿਹੜੇ ਹੈ ਉਹ ਸਹਿਜ ਪਾਠ ਕੀਤੇ ਹੈਗੇ। ਸੋ ਜਦੋਂ ਸਿੱਖ ਸ਼ਬਦ ਪੜ੍ਹੇਗਾ ਤੇ ਸ਼ਬਦ ਦੇ ਅਰਥ ਪੜ੍ਹੇਗਾ, ਇਹ ਕਦੇ ਹੋ ਹੀ ਨਹੀਂ ਸਕਦਾ ਉਹ ਫਿਰ ਉਹ ਜ਼ਿੰਦਗੀ ਦੇ ਵਿੱਚ ਕਦੇ ਸਿੱਖੀ ਤੋਂ ਮੁਨਕਰ ਹੋ ਜਾਵੇ। ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ ਹੈ, ਸਿੱਖੀ ਨੂੰ ਵਿਚਾਰਿਆ ਹੈ, ਉਹ ਫਿਰ ਸਿੱਖੀ ਦੇ ਲਈ ਜਿਹੜਾ ਹੈ ਆਪਣੀ ਜਾਨ ਤੱਕ ਨਿਛਾਵਰ ਕਰ ਦੇਣਗੇ, ਉਹ ਪਿੱਛੇ ਨਹੀਂ ਹਟਣਗੇ। ਸੋ ਵਿਦੇਸ਼ ਦੇ ਵਿੱਚ ਪ੍ਰਚਾਰ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹੈ, ਜਿਨ੍ਹਾਂ ਦੇ ਵਿੱਚ ਇਹ ਵੀ ਇੱਕ ਉਪਰਾਲਾ ਹੈ। ਸੋ ਇਸ ਕਰਕੇ ਜਿਹੜਾ ਹੈ ਮੈਂ ਤੇ ਸਾਰੇ ਜਿਹੜੇ ਆਪਣੇ ਭਾਈ ਆ ਉਹਨਾਂ ਨੂੰ ਇੱਕ ਸੁਨੇਹਾ ਦਿਆਂਗਾ ਕਿ ਆਪਸੀ ਵਿਤਕਰੇ ਭੁਲਾ ਕੇ, ਆਪਸੀ ਜਿਹੜੀਆਂ ਹਨ ਸਾਡੀਆਂ ਨਿੱਜੀ ਲੜਾਈਆਂ ਹਨ, ਉਹਨੂੰ ਛੱਡ ਕੇ ਕੌਮ ਦੇ ਵਿੱਚ ਬਾਣੀ ਦੇ ਪ੍ਰਚਾਰ ਦੇ ਲਈ, ਸਿੱਖੀ ਦੇ ਪ੍ਰਚਾਰ ਦੇ ਲਈ ਕਾਰਜ ਕਰੀਏ ਤੇ ਇਹ ਕਾਰਜ ਤਾਂ ਹੀ ਹੋ ਸਕਦਾ ਜੇ ਸਾਰੇ ਰਲ ਮਿਲ ਕਰਕੇ ਕਰਾਂਗੇ। ਸੋ ਆਪਸੀ ਲੜਾਈਆਂ, ਵਿਚਾਰਧਾਰਾ ਜਿਹੜੀਆਂ ਸਾਡੀਆਂ ਸੰਪਰਦਾਇਕ ਲੜਾਈਆਂ ਹੈਗੀਆਂ, ਜਥੇਬੰਦੀਆਂ ਦੀਆਂ ਲੜਾਈਆਂ ਹੈਗੀਆਂ, ਇਹਨਾਂ ਨੂੰ ਸਾਈਡ ਤੇ ਕਰਕੇ ਖਾਲਸਾ ਜੀ ਦੇ ਬੋਲਬਾਲੇ ਦੇ ਵੱਲ ਵਧਣਾ ਚਾਹੀਦਾ ਹੈਗਾ। ਇਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ ਹੈ।
ਠੀਕ ਹੈ ਜੀ। ਜਾਂਦੇ ਜਾਂਦੇ ਜਸਵਿੰਦਰ ਸਿੰਘ ਜੀ, ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਤੁਹਾਡੇ ਵੱਲੋਂ ਅਰਦਾਸ ਕੀਤੀ ਗਈ ਸੀ, ਤੁਸੀਂ ਸਾਰੀ ਸੰਗਤ ਨੂੰ ਅਰਦਾਸ ਦੀ ਮਹੱਤਤਾ ਜ਼ਰੂਰ ਦੱਸੋ ਕਿ ਇੱਕ ਸਿੱਖ ਵੱਲੋਂ ਜਾਂ ਫਿਰ ਕਿਸੇ ਦੇ ਵੱਲੋਂ ਵੀ ਪ੍ਰਮਾਤਮਾ ਅੱਗੇ ਕੀਤੀ ਗਈ ਅਰਦਾਸ ਦੀ ਕੀ ਮਹਾਨਤਾ ਹੈ, ਕੀ ਮਹੱਤਤਾ ਹੈ, ਉਹ ਜ਼ਰੂਰ ਦੱਸੋ। ਦੇਖੋ ਜੀ, ਅਰਦਾਸ ਦੀ ਮਹਾਨਤਾ ਇਹ ਹੈ ਕਿ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਦੁਇ ਕਰ ਜੋੜ ਕਰੋ ਅਰਦਾਸ, ਤੁਧ ਭਾਣੈ ਤਾਂ ਆਵੈ ਰਾਸ। ਉਸ ਮਾਲਕ ਪ੍ਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਜਿਹੜੀ ਕਦੇ ਵਿਅਰਥ ਨਹੀਂ ਹੁੰਦੀ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਹੜਾ ਹੈਗਾ ਜੁੜਨ ਦਾ ਕਹਿ ਲਈਏ, ਉਹਦੀ ਬਖਸ਼ਿਸ਼ ਹਾਸਲ ਕਰਨ ਦਾ ਇੱਕੋ ਇੱਕ ਸਾਧਨ ਹੈ, ਉਹ ਅਰਦਾਸ ਹੈ ਮਾਲਕ ਦੇ ਚਰਨਾਂ ਦੇ ਵਿੱਚ। ਸੋ ਸਾਨੂੰ ਜਿਹੜਾ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਹੈ ਤੇ ਦੂਜੇ ਨੰਬਰ ਤੇ ਸਾਨੂੰ ਸਾਰੀਆਂ ਜੀਵਨ ਦੇ ਵਿੱਚ ਰਹਿਣ ਦੇ ਲਈ ਸੁੱਖ ਸਹੂਲਤਾਂ ਮਿਲੀਆਂ ਹਨ। ਇਸ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਰਹਿਣਾ ਚਾਹੀਦਾ। ਤੇ ਜਿਹੜਾ ਸਿੱਖ ਆਪਣੇ ਜੀਵਨ ਦੀ ਸ਼ੁਰੂਆਤ ਭਾਵੇਂ ਰੋਜ਼ਾਨਾ ਜਿਹੜੀ ਹੈ ਉਹ ਅਰਦਾਸ ਦੇ ਨਾਲ ਕਰਦਾ ਹੈ, ਉਹਦਾ ਸਾਰਾ ਦਿਨ ਜਿਹੜਾ ਹੈ, ਸਾਰੀ ਉਮਰ ਜਿਹੜੀ ਹੈ, ਸਾਰੀ ਜ਼ਿੰਦਗੀ ਬਹੁਤ ਹੀ ਸੁਚੱਜੀ ਬਤੀਤ ਹੁੰਦੀ ਹੈ। ਸੋ ਮਾਨਸਿਕ ਤੌਰ ਤੇ, ਆਤਮਿਕ ਤੌਰ ਤੇ ਅਸੀਂ ਸਦਾ ਹੀ ਜਿਹੜੇ ਆ ਉਹ ਸਹਿਜ ਦੇ ਵਿੱਚ ਰਹਿੰਦੇ ਹਾਂ। ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਜਰੀਏ ਕਿ ਜਰੂਰ ਜਿਹੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦੇ ਨਾਲ ਜੁੜਿਆ ਕਰੀਏ। ਮੈਂ ਨਹੀਂ ਕਹਿੰਦਾ ਕਿ ਤੁਸੀਂ ਜਿਹੜਾ ਹੈ 2-2 3-3 4-4 ਘੰਟੇ ਬਾਣੀ ਪੜ੍ਹੋ, ਕਿਉਂਕਿ ਕਈ ਵਾਰ ਬਿਜੀ ਲਾਈਫ ਹੁੰਦੀ ਹੈ। ਪਰ ਗੁਰਮੁਖ ਪਿਆਰਿਓ, ਇੱਕ ਬੇਨਤੀ ਜ਼ਰੂਰ ਹੈ, ਪੜ੍ਹਿਆ ਜ਼ਰੂਰ ਕਰੋ। ਭਾਵੇਂ ਇੱਕ ਸ਼ਬਦ ਹੀ ਪੜ੍ਹਿਆ ਕਰੀਏ, ਨਾਲ ਉਹਦੇ ਅਰਥ ਪੜ੍ਹੀਏ, ਤਾਂ ਕਿ ਸਾਨੂੰ ਪਤਾ ਲੱਗੇ ਕਿ ਗੁਰੂ ਸਾਹਿਬ ਨੇ ਸਾਨੂੰ ਸੇਧ, ਸਾਨੂੰ ਸਿੱਖਿਆ ਕੀ ਦਿੱਤੀ ਹੈ ਤੇ ਸਾਡੇ ਜੀਵਨ ਦੇ ਵਿੱਚ ਇਸ ਤਰੀਕੇ ਦੇ ਨਾਲ ਤਬਦੀਲੀ ਵੀ ਆਵੇਗੀ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵੀ ਆਉਣਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਜਸਵਿੰਦਰ ਸਿੰਘ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਵਾਹਿਗੁਰੂ ਜੀ ਵਾਹਿਗੁਰੂ ਕਾ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।